परम सत्कारयोग सतगुरां दी सजी और नवाजी हुई साध संगत जीओ, आप माई भाई धनता दे योग हों जिन्हां नूं सतगुरु जी दे चरनां दे विच बैठण दे सुभाग समय प्राप्त होए ने। आओ असी तुसीं सारे ही वड्डे कर्मां वाले हाँ। माता गुजर कौर जी दे अखियां दे तारे, गुरु तेग बहादुर महाराजियां दे पुत्रां दे दानी, नीले दे साथ सवार, आनंदपुर दे वासी, पटने दे माही, धन धन साहिब श्री गुरु गोबिंद सिंह महाराजियां दा जीवन इतिहास चलदा आ रहा है। और जो कल इतिहास छड्डिया सी, दोहां पासी जंग दी तैयारी, फतेह शाह नाल जंग करन वास्ते गुरु जी दे दल विच बहुत उत्साह होया। सब ने आपो अपने शास्त्र तैयार कर लए अति बड़ी उत्साह नाल मारा बकारा दुश्मन नूं फड़ लो, मार दिओ अते भजा दिओ आदि दे चार सपेरे नारे लगन लगे। सतगुरु कलगीधर पातशाह गुरु गोबिंद सिंह महाराजियां ने अपने योद्धियां नूं उत्साह दे के तैयार किया। उधर पहाड़ी राजियां ने जद सुनिया कि गुरु जी दे योद्धे साडे आदमियां नूं मार कट के घाटा लंघ के तंबोल सही सलामत लै गए हैं, ਤਾਂ ਉਹ बड़े शर्मसार होए। भीम चंद ने गुस्से नाल अपने आदमियों नूं संबोधन करके आख्या कि तुसीं अगे होके लड़े नहीं, मरे नहीं, जे तकड़े होके घाटा रोक के लड़दे तां सब नूं थां मार के सब कुछ खो लेना सी। भीम चंद ने अपना मंत्री राजा फतेह शाह पास भेज के आख्या कि तकड़ा हो के गुरु जी दी फौज भी जो ब्याह दे बहाने भीम चंद फतेह शाह पास आदमी भेज के आख्या कि तकड़ा होके गुरु जी नाल जंग लड़े, ढिल करनी चंगी नहीं है। इस वेले सारे राजियां दी फौज जो भी ब्याह दे बहाने इकट्ठी हुई है नाल लै लवो अते गुरु जी नूं जंग करके अपने देश विचों पौंटा साहिब दे विचों बाहर कढ दिओ। राजा फतेह शाह दी चढ़ाई जिथे ये राजा फतेह शाह पहला गुरु गोबिंद सिंह महाराजियां दा श्रद्धालू बन गया ते भीम चंद कहंदा जे तू गुरु दे नाल बना के रखेगा ते असी तेरी लड़की दा डोला छड्ड जाना है, असी नहीं लेके जाना। हुण भीम चंद दे दबाव दे विच लड़की करके आ गया फतेह शाह। भीम चंद दी मर्जी अनुसार राजा फतेह शाह गुरु जी नाल जंग करन वास्ते अपनी सेना नूं तैयार करके नंगारा खड़काउंदा होया बड़े जोर शोर नाल पौंटा साहिब नूं चढ़ के आ गया। गुरु जी बचित्र नाटक विच लिखदे हन, फतेह शाह कोपा तब राजा, लो परा हम सो बिन काजा। पठाणा दी गदारी
ਜਿਹੜਾ ਪੀਰ ਬੁੱਧੂ ਸਾਹਿਬ ਨੇ 500 ਪਠਾਨ ਗੁਰੂ ਜੀ ਦੇ ਕੋਲ ਰਖਾਏ ਸਨ, ਉਹਨਾਂ ਨੇ ਗਦਾਰੀ ਕਰ ਦਿੱਤੀ ਮਹਾਰਾਜ ਦੇ ਨਾਲ। ਜਦ ਫਤਿਹ ਸਾਹ ਦੇ ਚੜ੍ਹਾਈ ਕਰਕੇ ਆਉਣ ਦੀ ਸੂਹੀਏ ਨੇ ਖਬਰ ਦਿੱਤੀ ਤਾਂ ਗੁਰੂ ਜੀ ਦੇ ਸੂਰਮੇ ਯੋਧਿਆਂ ਨੂੰ ਚਾਅ ਚੜ੍ਹ ਗਿਆ। ਪਰ ਜਿਹੜੇ ਕਾਇਰ ਸਨ, ਡਰਪੋਕ ਸਨ, ਉਹ ਡਰ ਕੇ ਕੰਬਣ ਲੱਗ ਪਏ। ਉਹ ਡਰ ਕੇ ਕੰਬਣ ਲੱਗ ਪਏ। 500 ਪਠਾਨ ਜਿਹੜੇ ਬੁੱਧੂ ਸਾਹਿਬ ਨੇ ਗੁਰੂ ਜੀ ਪਾਸ ਨੌਕਰ ਰਖਵਾਏ ਸਨ, ਉਹ ਮਿਲ ਕੇ ਵਿਚਾਰਨ ਲੱਗੇ ਕਿ ਪਹਾੜੀ ਰਾਜਿਆਂ ਦੀ ਫੌਜ ਗੁਰੂ ਜੀ ਦੇ ਮੁਕਾਬਲੇ ਤੇ ਬਹੁਤ ਜ਼ਿਆਦਾ ਹੈ। ਗੁਰੂ ਜੀ ਪਾਸੋਂ ਤਾਂ ਸਾਡਾ ਡੇਰਾ ਹੀ ਵੱਡਾ ਹੈ, ਇਸ ਕਰਕੇ ਸਾਡੇ ਉੱਤੇ ਹੀ ਜੰਗ ਦਾ ਬਹੁਤਾ ਜ਼ੋਰ ਪਵੇਗਾ। ਸਾਡੀ ਕੌਮ ਬਹਾਦਰਾਂ ਦੀ ਕੌਮ ਹੈ, ਇਸ ਕਰਕੇ ਗੁਰੂ ਜੀ ਸਾਨੂੰ ਆਦਰ ਸਤਿਕਾਰ ਨਾਲ ਰੱਖਦੇ ਹਨ। ਜੋ ਗੁਰੂ ਜੀ ਦੇ ਪਾਸ ਥੋੜ੍ਹੀ ਜਿਹੀ ਫੌਜ ਹੈ, ਉਹ ਤਾਂ ਸ਼ਸਤਰ ਚਲਾਉਣ ਦੀ ਗੱਲ ਵੀ ਨਹੀਂ ਜਾਣਦੇ, ਸੇਵਾ ਆਦਿ ਦਾ ਕੰਮ ਹੀ ਕਰਨ ਜੋਗੇ ਹਨ। ਜਦੋਂ ਇਹਨਾਂ ਨੇ ਰਾਜਿਆਂ ਦੀ ਸ਼ਸਤਰਧਾਰੀ ਵੱਡੀ ਸੈਨਾ ਵੇਖੀ, ਉਦੋਂ ਹੀ ਡਰ ਕੇ ਭੱਜ ਜਾਣਗੇ। ਸਾਨੂੰ ਹੀ ਲੜਨਾ ਮਰਨਾ ਪਵੇਗਾ, ਸਾਡੇ ਆਪਣੇ ਨਿੱਜੀ ਘੋੜੇ ਵੀ ਮਰ ਜਾਣਗੇ। ਫਿਰ ਗੁਰੂ ਜੀ ਹੋਰ ਸਾਨੂੰ ਘੋੜੇ ਨਹੀਂ ਦੇਣਗੇ। ਇਸ ਕਰਕੇ ਸਾਨੂੰ ਜੰਗ ਤੋਂ ਪਹਿਲਾਂ ਹੀ ਛੁੱਟੀ ਲੈ ਕੇ ਚਲੇ ਜਾਣਾ ਚਾਹੀਦਾ ਹੈ। ਜੇ ਜੰਗ ਸਮੇਂ ਭੱਜਾਂਗੇ ਤਾਂ ਨਿੰਦਿਆ ਹੋਵੇਗੀ। ਪਠਾਨਾਂ ਨੇ ਜਦ ਇਹ ਸਲਾਹ ਕੀਤੀ ਤਾਂ ਉਹਨਾਂ ਦੇ ਸਰਦਾਰ ਕਾਲੇ ਖਾਨ ਨੇ ਕਿਹਾ, ਉਹਨਾਂ ਦੇ ਸਰਦਾਰ ਕਾਲੇ ਖਾਨ ਨੇ ਕਿਹਾ ਕਿ ਜੇ ਲੜ ਪੈਣ ਸਮੇਂ ਗੁਰੂ ਜੀ ਨੂੰ ਛੱਡ ਕੇ ਚਲੇ ਜਾਓਗੇ ਤਾਂ ਇਹ ਗੱਲ ਚੰਗੀ ਨਹੀਂ ਹੋਵੇਗੀ। ਨਮਕ ਹਰਾਮ ਹੋ ਕੇ ਆਪਣੇ ਈਮਾਨ ਨੂੰ ਵੱਟਾ ਲਾਓਗੇ। ਲੜਨ ਵਾਸਤੇ ਹੀ ਸਾਨੂੰ ਗੁਰੂ ਜੀ ਨੇ ਨੌਕਰ ਰੱਖਿਆ ਸੀ, ਪਰ ਜੇ ਲੜਾਈ ਦਾ ਸਮਾਂ ਵੇਖ ਕੇ ਭੱਜ ਜਾਣ ਦੀ ਗੱਲ ਸੋਚੋਗੇ ਤਾਂ ਪਠਾਨਾਂ ਦੀ ਇੱਜ਼ਤ ਗਵਾ ਦਿਓਗੇ। ਅੱਗੇ ਤੋਂ ਤੁਸਾਂ ਦੇ ਉੱਤੇ ਕੋਈ ਵੀ ਭਰੋਸਾ ਨਹੀਂ ਕਰੇਗਾ। ਭੀਖਨ ਖਾਂ ਸਰਦਾਰ ਨੇ ਕਾਲੇ ਖਾਂ ਨੂੰ ਆਖਿਆ, ਈਮਾਨ ਨੂੰ ਤੂੰ ਕੋਲ ਰੱਖ, ਅਸੀਂ ਨਾਹਕ ਜਾਨ ਨਹੀਂ ਗਵਾਉਣੀ। ਕਹਿੰਦੇ ਅਸੀਂ ਐਵੇਂ ਜਾਨ ਨਹੀਂ ਗਵਾਉਣੀ। ਇਹ ਗੱਲਬਾਤ ਕਰਕੇ ਭੀਖਨ ਖਾਂ, ਹਜਾਤ ਖਾਂ ਤੇ ਨਿਜਾਤ ਖਾਂ ਤਿੰਨੇ ਸਰਦਾਰ 500 ਕੋ ਹੋਰ ਪਠਾਨਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਚਲੇ ਗਏ। ਭੀਖਨ ਖਾਂ ਨੇ ਅਗਵਾਈ ਕਰਕੇ ਗੁਰੂ ਜੀ ਨੂੰ, ਸਾਨੂੰ ਘਰਾਂ ਤੋਂ ਸੁਨੇਹੇ ਆਏ ਹਨ ਕਿ ਛੇਤੀ ਘਰ ਪਹੁੰਚ ਜਾਓ, ਘਰਾਂ ਵਿੱਚ ਲੜਕੇ ਲੜਕੀਆਂ ਦੇ ਨਿਕਾਹ ਹਨ, ਇਸ ਕਰਕੇ ਸਾਨੂੰ ਛੁੱਟੀ ਦਿੱਤੀ ਜਾਵੇ। ਸਾਡੇ ਗਿਆਨ ਤੋਂ ਬਿਨਾਂ ਕੰਮ ਨਹੀਂ ਲੋਟ ਆਉਣਾ। ਸਾਡਾ ਹਿਸਾਬ ਕਿਤਾਬ ਕਰਕੇ ਸਾਨੂੰ ਪੈਸੇ ਦੇ ਦਿਓ। ਘਰਾਂ ਦੇ ਕੰਮ ਕਰਕੇ ਅਸੀਂ ਫੇਰ ਹਾਜ਼ਰ ਹੋ ਜਾਵਾਂਗੇ। ਗੁਰੂ ਜੀ ਨੂੰ ਬਹਾਨਾ ਲਾਇਆ। ਮਹਾਰਾਜ ਜੀ ਅੰਤਰਜਾਮੀ ਸਨ। ਕੜ ਕੜ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰੂ ਜੀ ਅੰਤਰਜਾਮੀ ਹਨ, ਪਰ ਇਹਨਾਂ ਨੂੰ ਨਹੀਂ ਇਹ ਪਤਾ ਗੱਲ ਦਾ। ਮਹਾਰਾਜ ਜੀ ਦੇ ਕੋਲ ਬਹਾਨਾ ਲਾ ਰਹੇ ਨੇ, ਝੂਠ ਲਾ ਰਹੇ ਨੇ।
ਵੀ ਅਸੀਂ ਆਪਣੇ ਲੜਕੀਆਂ ਦੇ ਨਿਕਾਹ ਕਰਨੇ ਨੇ ਜੀ, ਸਾਨੂੰ ਛੁੱਟੀ ਦੇ ਦਿਓ, ਫਿਰ ਅਸੀਂ ਆ ਜਾਵਾਂਗੇ। ਪਠਾਣਾਂ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਉਹਨਾਂ ਦੀ ਖੁਟਿਆਈ ਜਾਣ ਲਈ, ਪਰ ਫਿਰ ਵੀ ਧੀਰਜ ਦੇਣ ਵਾਸਤੇ ਕਿਹਾ, ਐ ਪਠਾਣੋ, ਤੁਸੀਂ ਬੜੇ ਬਹਾਦਰ ਹੋ, ਤੁਹਾਨੂੰ ਤਨਖਾਹਾਂ ਦੇ ਕੇ ਆਪਣੇ ਪਾਸ ਬੜੀ ਚੰਗੀ ਤਰ੍ਹਾਂ ਰੱਖਿਆ ਹੋਇਆ ਹੈ। ਹੁਣ ਜਦ ਦੁਸ਼ਮਣ ਜੰਗ ਕਰਨ ਆ ਰਿਹਾ ਹੈ ਤਾਂ ਤੁਹਾਡੀ ਛੁੱਟੀ ਲੈਣ ਦਾ ਸਮਾਂ ਠੀਕ ਨਹੀਂ ਹੈ। ਲੜਾਈ ਕਰਕੇ ਬੈਰੀ ਤੇ ਫਤਿਹ ਪਾ ਕੇ ਫਿਰ ਘਰਾਂ ਨੂੰ ਬੱਚਿਆਂ ਦੇ ਨਿਕਾਹ ਕਰਨ ਚਲੇ ਜਾਣਾ। ਅਸੀਂ ਤੁਹਾਨੂੰ ਚੰਗੀ ਤਰ੍ਹਾਂ ਮਾਣ ਵਡਿਆਈ ਦੇ ਕੇ ਤੋਰਾਂਗੇ। ਹਯਾਤ ਖਾਂ ਤੇ ਨਿਜਾਬਤ ਖਾਨ ਨੇ ਕਿਹਾ, ਗੁਰੂ ਜੀ ਤੁਸੀਂ ਸੱਚ ਕਹਿੰਦੇ ਹੋ, ਪਰ ਜੇ ਅਸੀਂ ਇਸ ਵੇਲੇ ਘਰ ਨਾ ਜਾਈਏ ਤਾਂ ਸਾਡੀ ਰਹਿ ਨਹੀਂ ਆਉਂਦੀ, ਇਸ ਕਰਕੇ ਛੁੱਟੀ ਬਖਸ਼ੋ। ਸਤਿਗੁਰੂ ਜੀ ਨੇ ਕਿਹਾ, ਜੇ ਤੁਹਾਡਾ ਰੋਜ਼ਾਨਾ ਥੋੜ੍ਹਾ ਹੈ ਤਾਂ ਅਸੀਂ 5 ਗੁਣਾ ਹੋਰ ਵਧਾ ਦਿੰਦੇ ਹਾਂ, ਪਰ ਤੁਸੀਂ ਅਜੇ ਨਾ ਜਾਓ। ਇਸ ਤਰ੍ਹਾਂ ਗੁਰੂ ਜੀ ਨੇ ਬਹੁਤ ਲਾਲਚ ਵੀ ਵਧਾ ਦਿੱਤਾ ਅਤੇ ਇਹ ਵੀ ਸਮਝਾਇਆ ਕਿ ਮਾਲਕ ਦਾ ਨਮਕ ਹਰਾਮ ਕਰਨ ਵਾਲੇ ਦਾ ਅਤੇ ਰਣ ਤੋਂ ਡਰ ਕੇ ਭੱਜਣ ਵਾਲੇ ਦਾ ਇੱਥੇ ਅਪਜਸ ਹੁੰਦਾ ਹੈ ਤੇ ਪ੍ਰਲੋਕ ਵਿੱਚ ਨਰਕ ਮਿਲਦਾ ਹੈ। ਕਾਇਰ ਨੂੰ ਜਗਤ ਵਿੱਚ ਫਟਕਾਰਾਂ ਪੈਂਦੀਆਂ ਨੇ ਅਤੇ ਉਹਨਾਂ ਦਾ ਮਾਸ ਕਾਂ ਕੁੱਤੇ ਵੀ ਨਹੀਂ ਖਾਂਦੇ, ਪਰ ਪਠਾਨ ਕਿਸੇ ਤਰ੍ਹਾਂ ਵੀ ਸਮਝਾਏ ਨਾ ਸਮਝੇ ਅਤੇ ਛੁੱਟੀ ਵਾਸਤੇ ਹੀ ਅੜੇ ਰਹੇ। ਇਹਨਾਂ ਦੀ ਜਿੱਦ ਵੇਖ ਕੇ ਮਾਮਾ ਕਿਰਪਾਲ ਚੰਦ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਇਹਨਾਂ ਮਲੇਸਾਂ ਦਾ ਪਿੱਛਾ ਨਾ ਕਰੋ, ਇਹਨਾਂ ਮਲੇਸਾਂ ਨੂੰ ਦੂਰ ਕਰ ਦਿਓ। ਸਤਿਗੁਰੂ ਜੀ ਨੇ ਮਾਮਾ ਕਿਰਪਾਲ ਚੰਦ ਦੀ ਗੱਲ ਸੁਣ ਕੇ ਪਠਾਣਾਂ ਨੂੰ ਕਿਹਾ, ਜਾਓ ਮੂਰਖੋ, ਜਾਓ, ਚਲੇ ਜਾਓ, ਭੱਜ ਜਾਓ। ਜੋ ਅਕਾਲ ਪੁਰਖ ਕਰੇਗਾ ਉਹੀ ਹੋਵੇਗਾ। ਸਾਨੂੰ ਤੁਰਕਾਂ ਉੱਤੇ ਕੋਈ ਭਰੋਸਾ ਨਹੀਂ ਰਿਹਾ। ਗੁਰੂ ਜੀ ਦਾ ਇਹ ਹੁਕਮ ਸੁਣ ਕੇ ਭੀਖਨ ਖਾਂ, ਨਿਜਾਬਤ ਖਾਂ ਅਤੇ ਹਯਾਤ ਖਾਂ ਤਿੰਨੇ ਸਰਦਾਰ ਆਪਣੇ ਡੇਰੇ ਆ ਗਏ। ਡੇਰੇ ਬੈਠ ਕੇ ਸਭ ਨੇ ਸਲਾਹ ਕੀਤੀ ਕਿ ਗੁਰੂ ਜੀ ਪਾਸ ਬੜਾ ਵੱਡਾ ਖਜ਼ਾਨਾ ਹੈ। ਚੰਗਾ ਹੋਵੇਗਾ ਕਿ ਅਸੀਂ ਪਹਾੜੀਏ ਨਾਲ ਰਲ ਜਾਈਏ, ਉਹਨਾਂ ਪਾਸੋਂ ਪਹਿਲਾਂ ਹੀ ਲਿਖਵਾ ਲਈਏ ਕਿ ਜੋ ਕੁਝ ਅਸੀਂ ਲੁੱਟ-ਪੁੱਟ ਕਰਾਂਗੇ ਉਹ ਸਾਨੂੰ ਦਿੱਤਾ ਜਾਵੇ। ਫਿਰ ਅਸੀਂ ਉਹਨਾਂ ਨਾਲ ਮਿਲ ਕੇ ਗੁਰੂ ਜੀ ਨੂੰ ਹਾਰ ਦੇ ਕੇ ਉਹਨਾਂ ਦਾ ਖਜ਼ਾਨਾ ਲੁੱਟ ਲਈਏ ਤੇ ਪਹਾੜੀ ਅੱਗੇ ਹੋ ਕੇ ਲੜਨ ਮਰਨਗੇ, ਅਸੀਂ ਉਹਨਾਂ ਦੇ ਪਿੱਛੇ ਵੇਖਦੇ ਰਹਾਂਗੇ। ਜੇ ਪਹਾੜੀਆਂ ਨੇ ਗੁਰੂ ਜੀ ਨੂੰ ਭਜਾ ਦਿੱਤਾ ਤਾਂ ਅਸੀਂ ਤਤ ਸਿੰਘ ਹੀ ਜਿਹੜਾ ਗੁਰੂ ਜੀ ਦੇ ਕੋਲ ਖਜ਼ਾਨਾ ਹੈ ਉਹ ਲੁੱਟ ਲਵਾਂਗੇ। ਪਹਾੜੀਆਂ ਨੂੰ ਭੱਜਣਾ ਪਿਆ ਤਾਂ ਸਭ ਤੋਂ ਅੱਗੇ ਭੱਜ ਜਾਵਾਂਗੇ। ਇਹ ਸਲਾਹ ਕਰਕੇ ਪਠਾਣਾਂ ਨੇ ਆਪਣੇ 5 ਸਵਾਰ ਰਾਜਾ ਫਤਿਹ ਸ਼ਾਹ ਕੋਲ ਭੇਜ ਦਿੱਤੇ। ਉਹਨਾਂ ਨੇ ਫਤਿਹ ਸ਼ਾਹ ਨੂੰ ਕਿਹਾ ਕਿ ਗੁਰੂ ਜੀ ਪਾਸ ਫੌਜ ਬਿਲਕੁਲ ਥੋੜੀ ਹੈ, ਸਾਡੇ ਉੱਤੇ ਉਹਨਾਂ ਦਾ ਜ਼ੋਰ ਸੀ, ਅਸੀਂ ਉਹਨਾਂ ਨੂੰ ਛੱਡ ਕੇ ਤੁਹਾਡੇ ਕੋਲ ਤੁਹਾਡੇ ਵੱਲੋਂ ਹੋ ਕੇ
ਉਹਨਾਂ ਨਾਲ ਲੜਾਂਗੇ, ਪਰ ਅਸੀਂ ਤੁਹਾਡੇ ਪਾਸ ਹੋਰ ਕੁਝ ਨਹੀਂ ਚਾਹੁੰਦੇ। ਤੁਸੀਂ ਸਾਨੂੰ ਕੇਵਲ ਲੁੱਟ ਦਾ ਮਾਲ ਦੇ ਦਿਓ, ਜਿਹੜੀ ਅਸੀਂ ਲੁੱਟ ਕਰਾਂਗੇ ਗੁਰੂ ਦੀ। ਅਸੀਂ ਆਪਣੇ ਜ਼ੋਰ ਨਾਲ ਗੁਰੂ ਜੀ ਪਾਸੋਂ ਧਨ ਲਵਾਂਗੇ। ਪਠਾਣਾਂ ਦੀ ਇਹ ਗੱਲ ਸੁਣ ਕੇ ਫਤਿਹ ਸ਼ਾਹ ਖੁਸ਼ੀ ਨਾਲ ਫੁੱਲਿਆ ਗਿਆ। ਉਸਨੇ ਸੋਚਿਆ ਕਿ ਜਦ ਗੁਰੂ ਜੀ ਦੀ ਆਪਣੀ ਸੈਨਾ ਹੀ ਮੇਰੇ ਨਾਲ ਆ ਮਿਲੀ ਹੈ ਤਾਂ ਮੈਂ ਹੁਣ ਸੌਖੀ ਹੀ ਫਤਿਹ ਮਿਲ ਜਾਵੇਗੀ। ਜੋ ਕੰਮ ਸਾਰੇ ਰਾਜੇ ਨਾ ਕਰ ਸਕੇ ਉਹ ਮੈਂ ਇਕੱਲਾ ਹੀ ਕਰ ਲਵਾਂਗਾ ਅਤੇ ਮੇਰਾ ਜਸ ਸਾਰੇ ਫੈਲ ਜਾਏਗਾ। ਫਤਿਹ ਸ਼ਾਹ ਨੇ ਇਸ ਵਿਚਾਰ ਅਨੁਸਾਰ ਝਟਪਟ ਹੀ ਕਾਗਜ਼ ਉੱਤੇ ਪਠਾਣਾਂ ਨੂੰ ਲਿਖ ਕੇ ਦੇ ਦਿੱਤਾ ਕਿ ਜਿੰਨਾ ਵੀ ਲੁੱਟ ਦਾ ਸਮਾਨ ਹੋਏਗਾ, ਮਾਇਆ ਜੋ ਵੀ ਧਨ ਦੌਲਤ ਹੋਵੇਗੀ ਉਹ ਤੁਹਾਨੂੰ ਦਿੱਤੀ ਜਾਵੇਗੀ, ਹੋਰ ਵੀ ਇਨਾਮ ਦਿਆਂਗੇ। ਰਾਜਾ ਫਤਿਹ ਸ਼ਾਹ ਕਹਿੰਦਾ ਹੋਰ ਵੀ ਇਨਾਮ ਦਿਆਂਗੇ। ਪਠਾਨ ਫਤਿਹ ਸ਼ਾਹ ਨਾਲ ਗੁਰੂ ਜੀ ਨੂੰ ਛੱਡ ਕੇ 500 ਪਠਾਨ ਗੁਰੂ ਜੀ ਨਾਲ ਜਾ ਮਿਲੇ। ਇਹ ਸ਼ਰਤ ਲਿਖਾ ਕੇ ਪਠਾਨ ਅਸਵਾਰ ਘੋੜੇ ਭਜਾ ਕੇ ਡੇਰੇ ਵਿੱਚ ਦੂਜੇ ਸਾਥੀਆਂ ਨਾਲ ਜਾ ਮਿਲੇ। ਉਹਨਾਂ ਨੂੰ ਸਾਰੀ ਗੱਲ ਸਮਝਾ ਕੇ ਛੇਤੀ ਹੀ ਤਿਆਰ ਹੋ ਕੇ ਫਤਿਹ ਸ਼ਾਹ ਦੇ ਪਾਸ ਚਲੇ ਗਏ। ਫਤਿਹ ਸ਼ਾਹ ਇਹਨਾਂ ਗਦਾਰਾਂ ਨੂੰ ਵੇਖ ਕੇ ਬੜਾ ਖੁਸ਼ ਹੋ ਕੇ ਪੁੱਛਣ ਲੱਗਾ ਕਿ ਗੁਰੂ ਜੀ ਪਾਸ ਕਿੰਨੇ ਕੁ ਸੈਨਾ ਰਹਿ ਗਈ ਹੈ, ਉਹ ਸਾਡੇ ਨਾਲ ਜੰਗ ਕਰਨ ਜੋਗੇ ਹੈ ਕਿ ਨਹੀਂ। ਤੁਹਾਡੇ ਆ ਜਾਣ ਦੇ ਨਾਲ ਉਹਨਾਂ ਨੇ ਧੀਰਜ ਹਾਰ ਦਿੱਤੀ ਹੋਵੇਗੀ। ਫਤਿਹ ਸ਼ਾਹ ਪਾਸੋਂ ਇਹ ਪ੍ਰਸ਼ਨ ਸੁਣ ਕੇ ਭੀਖਨ ਖਾਨ ਨੇ ਹੱਸ ਕੇ ਕਿਹਾ ਕਿ ਰਾਜਾ ਜੀਓ, ਗੁਰੂ ਜੀ ਪਾਸ ਕੋਈ ਫੌਜ ਨਹੀਂ ਹੈ। ਸਾਡੇ ਸਿਰ ਤੇ ਹੀ ਉਹ ਤੁਹਾਡੇ ਨਾਲ ਲੜਨਾ ਚਾਹੁੰਦੇ ਸਨ। ਸਾਨੂੰ ਉਹਨਾਂ ਨੇ ਆਪਣੇ ਪਾਸ ਰੱਖਣ ਵਾਸਤੇ ਬਹੁਤ ਕੁਝ ਆਖਿਆ ਅਤੇ ਲਾਲਚ ਵੀ ਬਹੁਤ ਦਿੱਤਾ, ਪਰ ਅਸੀਂ ਫੇਰ ਵੀ ਉਹਨਾਂ ਦੀ ਇੱਕ ਨਹੀਂ ਮੰਨੀ। ਹੁਣ ਉਹਨਾਂ ਪਾਸ ਸੈਨਾ ਕਿੱਥੇ ਹੈ? ਰੱਬ ਦਾ ਨਾਮ ਹੀ ਹੈ ਜੋ ਥੋੜ੍ਹੇ ਬਹੁਤੇ ਆਦਮੀ ਉਹਨਾਂ ਪਾਸ ਹਨ। ਉਹ ਨਾਈ, ਬ੍ਰਾਹਮਣ, ਸ਼ੂਦਰ, ਸੁਨਿਆਰੇ, ਬਾਣੀਏ, ਰੋੜੇ, ਜੱਟ, ਲੋਹਾਰ, ਚੀਵਰ, ਕਲਾਲ, ਘੁਮਿਆਰ, ਖੱਤਰੀ, ਸਿੰਬੇ, ਲਵਾਣੇ ਆਦਿਕ ਗਵਾਰ ਹੀ ਲੋਕ ਹਨ। ਕਿਸੇ ਪਾਸੋਂ ਤਲਵਾਰ ਫੜੀ ਵੀ ਨਹੀਂ ਜਾਂਦੀ, ਚਲਾਉਣੀ ਤਾਂ ਇੱਕ ਪਾਸੇ ਰਹੀ। ਨੇਜਾ ਤਾਂ ਉਹ ਫੜਨਾ ਵੀ ਨਹੀਂ ਜਾਣਦੇ, ਤੀਰ ਕਮਾਨ ਚਲਾਉਣ ਦੀ ਉਹਨਾਂ ਨੂੰ ਕੋਈ ਜਾਂਚ ਨਹੀਂ। ਕੇਵਲ ਗੁਰੂ ਹੀ ਆਪ ਭਾਰੀ ਯੋਧਾ ਹੈ। ਉਹ ਤੁਹਾਡੀ ਸਾਰੀ ਫੌਜ ਅੱਗੇ ਕਿਸ ਤਰ੍ਹਾਂ ਠਹਿਰਨਗੇ? ਹਾਂ, ਉਹਨਾਂ ਦਾ ਮਾਮਾ ਕਿਰਪਾਲ ਚੰਦ, 5 ਭਾਣਜੇ ਅਤੇ ਦੀਵਾਨ ਨੰਦ ਚੰਦ ਤੇ ਪ੍ਰੋਤ ਦਇਆ ਰਾਮ ਵੀ ਕੁਝ ਯੁੱਧ ਵਿਦਿਆ ਦੇ ਜਾਣੂ ਹਨ। ਬਾਕੀ ਦਾ ਕਹਿੰਦੇ ਸਭ ਕੜਾ ਪ੍ਰਸਾਦ ਸਕਣ ਵਾਲਾ ਹੈ ਟੋਲਾ। ਭੀਖਨ ਖਾਨ ਨੇ ਫਿਰ ਕਿਹਾ ਕਿ ਰਾਜਾ ਜੀ, ਤੁਸੀਂ ਤੇ ਤੁਹਾਡੀ ਸੈਨਾ ਮੌਜਾਂ ਕਰੋ,
ਗੁਰੂ ਜੀ ਨੂੰ ਅਸੀਂ ਇਕੱਲੇ ਹੀ ਪਠਾਨ ਸਾਂਭ ਲਵਾਂਗੇ। ਬਸ ਇਸ ਦੇ ਬਦਲੇ ਤੁਹਾਡੇ ਪਾਸੋਂ ਕੁਝ ਨਹੀਂ ਲਵਾਂਗੇ, ਪਰ ਗੁਰੂ ਦੇ ਖਜ਼ਾਨੇ ਦੀ ਲੁੱਟ ਅਸੀਂ ਕਿਸੇ ਨੂੰ ਨਹੀਂ ਦੇਵਾਂਗੇ। ਗੁਰੂ ਦੇ ਖਜ਼ਾਨੇ ਵਿੱਚ ਬੜੀਆਂ ਕੀਮਤੀ ਚੀਜ਼ਾਂ, ਹੀਰੇ ਜਵਾਹਰਤ, ਲੱਖਾਂ ਰੁਪਏ ਦਾ ਧਨ, ਸਾਤਰ ਤੇ ਜਵੇਰ ਆਦਿਕ ਹਨ। ਇਸੇ ਮਾਰ ਕਰਕੇ ਹੀ ਗੁਰੂ ਜੀ ਦਾ ਖਜ਼ਾਨਾ ਲੁੱਟਣਾ ਹੈ। ਸਾਡੇ ਪੁੱਤਰ ਪੋਤਰੇ ਪਏ ਇਹਨਾਂ ਨੂੰ ਖਾਣਗੇ, ਕਹਿੰਦੇ ਮੁੱਕੇਗਾ ਨਹੀਂ। ਅਸੀਂ ਇਸੇ ਵਾਸਤੇ ਗੁਰੂ ਜੀ ਨਾਲ ਲੜਨ, ਇਸੇ ਵਾਸਤੇ ਗੁਰੂ ਨਾਲ ਜਾਣ ਬੁੱਝ ਕੇ ਵਿਗਾੜੀ ਹੈ। ਤੁਹਾਨੂੰ ਫਤਿਹ ਮਿਲ ਜਾਏਗੀ ਤੇ ਸਾਨੂੰ ਭਾਰੀ ਖਜ਼ਾਨਾ ਮਿਲ ਜਾਏਗਾ। ਇਸ ਤਰ੍ਹਾਂ ਅਸੀਂ ਤੁਸੀਂ ਦੋਵੇਂ ਬਰਾਬਰ ਹੋ ਜਾਵਾਂਗੇ। ਭੀਖਨ ਸਾਹ ਦੀਆਂ ਗੱਲਾਂ ਸੁਣ ਕੇ ਰਾਜਾ ਫਤਿਹ ਸਾਹ ਇਉਂ ਖੁਸ਼ ਹੋ ਗਿਆ ਜਿਵੇਂ ਉਸਨੇ ਗੁਰੂ ਜੀ ਨੂੰ ਫਤਿਹ ਹੀ ਕਰ ਲਿਆ ਹੋਵੇ। ਉਸ ਦੀਆਂ ਗੱਲਾਂ ਤੇ ਖੁਸ਼ ਹੋ ਕੇ ਭੀਖਨ ਖਾਂ ਨੂੰ ਫਤਿਹ ਸਾਹ ਨੇ ਸਲਾਹ ਮਸ਼ਵਰੇ ਬਾਅਦ ਤੇ ਆਪਣੇ ਪਾਸ ਰੱਖ ਲਿਆ। ਇਨ੍ਹਾਂ ਪਠਾਨਾਂ ਵਿੱਚੋਂ ਕੇਵਲ ਇੱਕ ਸਰਦਾਰ ਕਾਲੇ ਖਾਂ ਆਪਣੇ 100 ਸਾਥੀਆਂ ਸਹਿਤ ਗੁਰੂ ਜੀ ਪਾਸ ਹੀ ਰਿਹਾ। ਕਾਲੇ ਖਾਂ ਇਹ ਗੁਰੂ ਜੀ ਦੇ ਕੋਲ ਹੀ ਰਿਹਾ ਤੇ 100 ਸਾਥੀ ਬਾਕੀ ਪਠਾਣਾ ਉਹਨਾਂ ਦੇ ਨਾਲ ਜਾ ਕੇ ਰਲ ਗਏ। ਜਦ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਦੀਵਾਨ ਆਨੰਦ ਚੰਦ ਦੀ ਰਾਹੀਂ ਉਸ ਨੂੰ ਆਖਿਆ ਕਿ ਜਿਵੇਂ ਕੂੰਜ ਆਪਣੀ ਡਾਰ ਤੋਂ ਵਿਛੜ ਕੇ ਕੁਰਲਾਉਂਦੀ ਹੈ ਅਤੇ ਤੁਹਾਨੂੰ ਆਪਣੀ ਡਾਰ ਵਿੱਚ ਮਿਲੇ ਬਿਨਾਂ ਚੈਨ ਨਹੀਂ ਹੁੰਦਾ, ਤਿਵੇਂ ਹੀ ਤੂੰ ਆਪਣੀ ਦਿਸ਼ਾ ਦੇਖ ਕੇ ਛੇਤੀ ਹੀ ਆਪਣੇ ਸਾਥੀਆਂ ਨਾਲ ਮਿਲਣ ਵਾਸਤੇ ਚਲਿਆ ਜਾ। ਕਾਲੇ ਖਾਂ ਨੇ ਕਿਹਾ, ਗੁਰੂ ਜੀ, ਮੈਂ ਗੁਰੂ ਜੀ ਦਾ ਨਮਕ ਹਰਾਮ ਨਹੀਂ ਬਣਨਾ ਚਾਹੁੰਦਾ। ਮੈਂ ਉਹਨਾਂ ਦੇ ਕੰਮ ਆਉਣਾ ਚਾਹੁੰਦਾ ਹਾਂ ਅਤੇ ਮੇਰਾ ਸਾਥੀ 100 ਅਸਵਾਰ ਲੜ ਕੇ ਮਰ ਕੇ ਸੱਚਖੰਡ ਨੂੰ ਜਾਏਗਾ, ਪਰ ਮਾਲਕ ਤੇ ਜਦ ਦਾ ਨਮਕ ਖਾਧਾ ਹੈ ਬੇਮੁਖ ਹੋ ਕੇ ਨਰਕਾਂ ਵਿੱਚ ਨਹੀਂ ਪੈਣਾ ਚਾਹੁੰਦਾ। ਕਾਲੇ ਖਾਂ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਬੜੀ ਪ੍ਰਸੰਨਤਾ ਨਾਲ ਸੋਨੇ ਦੇ ਕੜਿਆਂ ਦੀ ਜੋੜੀ ਤੇ ਇੱਕ ਦੁਸਾਲਾ ਇਨਾਮ ਵਜੋਂ ਦਿੱਤਾ ਅਤੇ ਫਰਮਾਇਆ, ਅਸੀਂ ਤੇਰੇ ਉੱਤੇ ਬੜੇ ਖੁਸ਼ ਹਾਂ। ਤੇਰਾ ਨਮਕ ਹਲਾਲ ਹੋ ਗਿਆ ਹੈ। ਅਸੀਂ ਤੈਨੂੰ ਆਪਣੀ ਖੁਸ਼ੀ ਨਾਲ ਛੁੱਟੀ ਦਿੰਦੇ ਹਾਂ। ਇਸ ਵਿੱਚ ਤੈਨੂੰ ਕੋਈ ਦੋਸ਼ ਨਹੀਂ ਲੱਗੇਗਾ। ਮਹਾਰਾਜ ਜੀ ਕਾਲੇ ਖਾਂ ਨੂੰ ਕਹਿੰਦੇ, ਤੂੰ ਵੀ ਚਲੇ ਜਾ ਤੇ ਤੈਨੂੰ ਅਸੀਂ ਆਪਣੀ ਖੁਸ਼ੀ ਨਾਲ ਛੁੱਟੀ ਦਿੰਦੇ ਹਾਂ। ਨਾਲੇ ਸੋਨੇ ਦੇ ਕੜਿਆਂ ਦੀ ਜੋੜੀ ਦਿੱਤੀ। ਕਾਲੇ ਖਾਂ ਨੇ ਹੱਥ ਜੋੜ ਕੇ ਕਿਹਾ, ਗੁਰੂ ਜੀ, ਮੈਂ ਤੁਹਾਡੇ ਇਸ ਹੁਕਮ ਨੂੰ ਮੋੜ ਨਹੀਂ ਸਕਦਾ, ਪਰ ਮੈਂ ਉਹਨਾਂ ਗਦਾਰਾਂ ਨਾਲ ਮਿਲ ਕੇ ਤੁਹਾਡੇ ਨਾਲ ਜੰਗ ਨਹੀਂ ਕਰਾਂਗਾ। ਇਉਂ ਆਖ ਕੇ ਕਾਲੇ ਖਾਂ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਪਹਾੜੀ ਰਾਜਿਆਂ ਦਾ ਪਾਸਾ ਛੱਡ ਕੇ ਦੂਸਰੇ ਰਸਤੇ ਆਪਣੇ ਘਰ ਨੂੰ ਚਲਿਆ ਗਿਆ। ਬੁੱਧੂ ਸਾਹ 700 ਸਵਾਰ ਅਤੇ ਆਪਣੇ 4 ਪੁੱਤਰ ਲੈ ਕੇ ਗੁਰੂ ਜੀ ਪਾਸ ਪੌਂਟਾ ਸਾਹਿਬ ਪਹੁੰਚ ਗਿਆ। 700 ਇਹਦਾ ਚੇਲਾ ਸੀ ਪੀਰ ਬੁੱਧੂ ਸਾਹ ਦਾ। 700 ਚੇਲਾ ਤੇ ਪੀਰ ਬੁੱਧੂ ਸਾਹ ਦੇ 4 ਪੁੱਤਰ ਸਨ। ਜਿਵੇਂ ਆਪਾਂ ਕਹਿੰਦੇ ਨੇ ਵੀ ਕਲਗੀ ਵਾਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 4 ਪੁੱਤਰ ਬਾਰੇ, ਤਾਂ ਗੁਰਮੁਖ ਪਿਆਰਿਓ ਇੱਥੇ ਪੀਰ ਬੁੱਧੂ ਸਾਹ ਨੇ
700 ਸਵਾਰ ਤੇ 4 ਪੁੱਤਰ ਗੁਰੂ ਜੀ ਉੱਤੋਂ ਬਾਰ ਦਿੱਤੇ। ਆਖੋ ਸਤਨਾਮ। ਇਸ ਤਰ੍ਹਾਂ ਕਰਕੇ ਜਦ ਪਠਾਨ ਚਲੇ ਗਏ ਤਾਂ ਸਤਿਗੁਰੂ ਜੀ ਨੇ ਸਾਈਂ ਬੁੱਧੂ ਸਾਹਿਬ ਨੂੰ ਚਿੱਠੀ ਲਿਖਵਾਈ ਕਿ ਜਿਹੜੇ 500 ਪਠਾਨ ਤੁਸਾਂ ਸਾਡੇ ਪਾਸ ਨੌਕਰ ਰਖਵਾਏ ਸੀ, ਉਹ ਹੁਣ ਜਦ ਜੰਗ ਦਾ ਵੇਲਾ ਆਇਆ ਤਾਂ ਸਾਨੂੰ ਛੱਡ ਕੇ ਵਿਰੋਧੀ ਪਹਾੜੀ ਰਾਜਿਆਂ ਦੇ ਨਾਲ ਜਾ ਮਿਲੇ ਹਨ। ਤੁਸਾਂ ਇਹ ਚੰਗੇ ਨੌਕਰ ਰਖਵਾਏ। ਇਹ ਮਹਾਰਾਜ ਜੀ ਨੇ ਪੀਰ ਬੁੱਧੂ ਸਾਹਿਬ ਨੂੰ ਕਿਹਾ। ਸੂਰਜ ਪ੍ਰਕਾਸ਼ ਵਿੱਚ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਚੌਪਈ ਜਾਏ ਗ੍ਰੇਸਨ ਸਾਥ ਮਿਲੇ हैं, अस नौकर रखवाए भले हैं, भये मूड मत नमक हरामी, नहीं काम आए ने स्वामी। ये चिट्ठी लिख के जदों बुद्धू साह ने पढ़ी, ये चिट्ठी जदों बुद्धू साह ने पढ़ी ਤਾਂ ਉਹ ਬੜਾ ਸ਼ਰਮਸਾਰ ਤੇ ਚਿੰਤਾਵਾਨ ਹੋਇਆ। ਇਹਨਾਂ ਮੂਰਖਾਂ ਨੇ ਮੈਨੂੰ ਗੁਰੂ ਜੀ ਤੋਂ ਝੂਠਾ ਕਰਾਇਆ ਹੈ। ਗੁਰੂ ਜੀ ਦਾ ਇਹ ਉਲਾਂਭਾ ਸੱਚਾ ਹੈ। ਇਹਨਾਂ ਨੇ ਵਕਤ ਸਿਰ ਉਹਨਾਂ ਨੂੰ ਧੋਖਾ ਦਿੱਤਾ ਹੈ ਅਤੇ ਦੁਸ਼ਮਣ ਨਾਲ ਜਾ ਰਲੇ ਹਨ। ਬੁੱਧੂ ਸਾਹ ਇਸ ਮਿਹਣੇ ਨੂੰ ਲਾਉਣ ਵਾਸਤੇ ਆਪਣੇ 700 ਮੁਰੀਦ ਚੇਲੇ ਅਤੇ ਜਿਹੜੇ ਜੰਗ ਦਾ ਮਨ ਵਿੱਚ ਉਤਸ਼ਾਹ ਰੱਖਦੇ ਸਨ, ਜਿਨ੍ਹਾਂ ਨੂੰ ਸੁਣ ਕੇ ਜੰਗ ਦਾ ਨਾਂ ਚੌ ਚੜ੍ਹਦਾ ਸੀ, 700 ਚੇਲੇ ਸਨ, ਇਕੱਠੇ ਕਰਕੇ ਆਪਣੇ ਅਤੇ 4 ਪੁੱਤਰ ਲੈ ਕੇ ਪੌਂਟਾ ਸਾਹਿਬ ਗੁਰੂ ਜੀ ਪਾਸ ਪਹੁੰਚ ਗਿਆ। ਅੱਗੇ ਜਿਹੜੇ ਉਦਾਸੀਆਂ ਨੇ ਖਿਸਕ ਜਾਣਾ। ਜਿਹੜੇ ਸਤਿਗੁਰੂ ਜੀ ਨੇ ਫਤਿਹ ਸਾਹ ਦੀ ਚੜ੍ਹਾਈ ਦੀ ਅਗਵਾਈ ਸੁਣ ਕੇ ਆਪਣੇ ਕੁਝ ਯੋਧੇ ਭੰਗਾਣੀ ਜਮਨਾ ਦੇ ਪੱਤਨ ਉੱਤੇ ਭੇਜ ਦਿੱਤੇ। ਜਿੱਥੇ ਫਤਿਹ ਸਾਹ ਦੀ ਫੌਜ ਨੇ ਲੰਘ ਕੇ ਪੌਂਟਾ ਸਾਹਿਬ ਉੱਤੇ ਧਾਵਾ ਬੋਲਣਾ ਸੀ, ਉਹਨਾਂ ਸੂਹੀਆਂ ਨੇ ਜਦ ਸੁਣਿਆ ਕਿ ਫਤਿਹ ਸਾਹ ਆ ਰਿਹਾ ਹੈ ਤਾਂ ਉਹਨਾਂ ਨੇ ਸਤਿਗੁਰੂ ਜੀ ਨੂੰ ਇਸ ਦੀ ਖਬਰ ਭੇਜ ਦਿੱਤੀ ਕਿ ਕੱਲ ਅੰਮ੍ਰਿਤ ਵੇਲੇ ਹੀ ਉਹ ਯੁੱਧ ਛੇੜ ਦੇਵੇਗਾ। ਇਸ ਖਬਰ ਨੂੰ ਸੁਣ ਕੇ ਸਤਿਗੁਰੂ ਜੀ ਨੇ ਉਦਾਸੀ ਸਾਧੂਆਂ ਨੂੰ ਸੁਨੇਹਾ ਭੇਜਿਆ ਕਿ ਸਿਰ ਉੱਤੇ ਪੱਗਾਂ ਬੰਨ੍ਹ ਕੇ ਸਾਦਰ ਧਾਰਨ ਕਰ ਲਵੋ ਅਤੇ ਜੰਗ ਵਾਸਤੇ ਤਿਆਰ ਹੋ ਜਾਓ। ਜਿਤਨਾ ਕੋਈ ਅੱਗੇ ਹੋ ਕੇ ਲੜੇਗਾ ਉਤਨਾ ਹੀ ਉਸ ਨੂੰ ਭੋਗ ਮੁਕਤ ਪ੍ਰਾਪਤ ਹੋਵੇਗਾ। ਜੋ ਭੋਗ ਮੋਖ ਦੀ ਇੱਛਾ ਤੋਂ ਨਿਸਕਾਮ ਹੋ ਕੇ ਲੜੇਗਾ, ਮਰੇਗਾ, ਉਸ ਨੂੰ ਫਿਰ ਜਗਤ ਵਿੱਚ ਆਉਣਾ ਨਹੀਂ ਪਵੇਗਾ, ਉਹ ਮੁਕਤ ਹੋ ਜਾਏਗਾ। ਸੇਵਾਦਾਰਾਂ ਨੇ ਗੁਰੂ ਜੀ ਦਾ ਇਹ ਹੁਕਮ ਲੈ ਕੇ ਉਦਾਸੀ ਸਾਧਾਂ ਤੇ ਹੋਰ ਸਾਰੇ ਯੋਧਿਆਂ ਨੂੰ ਸੁਣਾ ਦਿੱਤਾ। ਇਸ ਨੂੰ ਸੁਣ ਕੇ ਸੂਰਮਿਆਂ ਦੇ ਚਿੱਤ ਵਿੱਚ ਉਤਸ਼ਾਹ ਨਾਲ ਭਰ ਗਏ, ਖੁਸ਼ ਹੋਏ ਅਤੇ ਕਾਇਰ ਡਰਪੋਕਲ ਇਉਂ ਡਰ ਗਏ ਜਿਵੇਂ ਉਹਨਾਂ ਨੂੰ ਮੌਤ ਹੀ ਆ ਗਈ ਹੈ। ਹੁਣ ਉਹ ਕੰਨੀ ਕਤਰਾ ਕੇ ਨੱਠਣਾ ਚਾਹੁੰਦੇ ਨੇ। ਜਦ ਇਹ ਜੰਗ ਦੀ ਤਿਆਰੀ ਦਾ ਹੁਕਮ ਸਭ ਨੂੰ ਸੁਣਾਇਆ ਗਿਆ ਤਾਂ 500 ਉਦਾਸੀ ਸਾਧੂ ਜਿਹੜੇ ਮਹਾਰਾਜ ਜੀ ਦੇ ਨਾਲ ਸਨ, 500 ਉਦਾਸੀ ਸਾਧੂ ਜਿਹੜੇ ਉਸ ਸਮੇਂ ਗੁਰੂ ਜੀ ਨਾਲ ਰਹਿੰਦੇ ਸਨ,
ਉਹਨਾਂ ਨੇ ਮਿਲ ਕੇ ਸਲਾਹ ਕੀਤੀ ਕਿ ਸੰਤ ਜੀਓ, ਤੁਸੀਂ ਜੰਗ ਵਿੱਚ ਨਾਇਕ ਕਿਉਂ ਮਰਦੇ ਹੋ? ਚਲੋ ਮੰਗ ਕੇ ਆਪਣਾ ਗੁਜ਼ਾਰਾ ਕਰੋ, ਸਾਡਾ ਸਾਧੂਆਂ ਦਾ ਲੜਨ ਨਾਲ ਕੀ ਕੰਮ ਹੈ। ਗੁਰੂ ਜੀ ਤਾਂ ਜ਼ਰੂਰ ਹੀ ਜੰਗ ਕਰਨ ਤੇ ਤੁਲੇ ਹੋਏ ਹਨ, ਜਿਸ ਵਾਸਤੇ ਉਹ ਨਿਤ ਤਿਆਰੀ ਕਰ ਰਹੇ ਹਨ, ਤੇ ਰਾਤ ਨੂੰ ਚੁੱਪ ਕਰਕੇ ਭੱਜ ਚਲੋ। ਤਾਂ ਗੁਰੂ ਜੀ ਨੂੰ ਪਤਾ ਲੱਗ ਗਿਆ ਤਾਂ ਹੋਰ ਜ਼ੋਰ ਜ਼ਬਰ ਫੜ ਕੇ ਕੈਦ ਕਰ ਦੇਣਗੇ। ਇਸ ਤਰ੍ਹਾਂ ਸਲਾਹ ਕਰਕੇ ਉਦਾਸੀ ਮਹਾਤਮਾ ਰਾਤ ਨੂੰ ਭੱਜ ਗਏ ਤੇ ਡੇਰਾ ਖਾਲੀ ਕਰ ਗਏ। ਜਦੋਂ ਦੂਸਰੀ ਸਵੇਰੇ ਜਦੋਂ ਸਤਿਗੁਰੂ ਜੀ ਨੂੰ ਪਤਾ ਲੱਗਿਆ ਕਿ ਉਦਾਸੀ ਸਾਧੂ ਜੰਗ ਤੋਂ ਡਰ ਕੇ ਭੱਜ ਗਏ ਹਨ, ਤਾਂ ਆਪ ਜੀ ਨੇ ਸਿੱਖਾਂ ਨੂੰ ਪੁੱਛਿਆ ਕਿ ਵੇਖੋ ਪਿੱਛੇ ਕੋਈ ਧੀਰਜਵਾਨ ਰਹਿ ਵੀ ਗਿਆ ਹੈ ਕਿ ਨਹੀਂ। ਇਹਨਾਂ ਨੇ ਆਪਣਾ ਬੀਜ ਰੱਖ ਲਿਆ ਹੈ ਕਿ ਸਾਰੇ ਉਖੜ ਗਏ ਹਨ। ਇਹ ਸੁਣ ਕੇ ਸਿੱਖਾਂ ਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਇੱਕ ਮੋਟਾ ਜਿਹਾ ਮਹੰਤ ਜਿਹਦਾ ਨਾਮ ਕਿਰਪਾਲ ਦਾਸ ਹੈ, ਉਹ ਅੱਖਾਂ ਮੀਟ ਕੇ ਸਿਵਾ ਵਾਂਗ ਸਮਾਧੀ ਲਾ ਕੇ ਬੈਠਾ ਹੋਇਆ ਹੈ। ਬਾਕੀ ਸਾਰੇ ਭੱਜ ਗਏ ਹਨ, 499 ਭੱਜ ਗਏ ਨੇ ਤੇ 21 ਬੈਠਾ ਹੈ, ਸਮਾਧੀ ਲੱਗੀ ਹੋਈ ਆ। ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਹੱਸ ਕੇ ਕਿਹਾ, ਠੀਕ ਹੈ। ਕਹਿੰਦੇ ਮੂਲ ਰਹਿ ਜਾਵੇ ਤਾਂ ਸਾਖਾਂ ਪੁੱਤਰ ਅਤੇ ਫੁੱਲ ਫਲ ਸਭ ਕੁਝ ਹੋ ਜਾਂਦਾ ਹੈ। ਜੇਕਰ ਜੜ ਹੀ ਉਖੜ ਜਾਵੇ ਤਾਂ ਫਿਰ ਵਿਸਥਾਰ ਨਹੀਂ ਬਣ ਸਕਦਾ। ਜੇ ਮਹੰਤ ਵੀ ਚਲਿਆ ਜਾਂਦਾ ਤਾਂ ਇਹਨਾਂ ਨੇ ਗੁਰੂ ਘਰ ਤੋਂ ਟੁੱਟ ਜਾਣਾ ਸੀ। ਸੋ ਜੇ ਮਹੰਤ ਕਾਇਮ ਰਹਿ ਗਿਆ ਤਾਂ ਚੇਲੇ ਹੋਰ ਆਣ ਕੇ ਬਣ ਜਾਣਗੇ, ਜਿਸ ਨਾਲ ਇਹਨਾਂ ਦੀ ਸੰਪਰਦਾਇ ਗੁਰੂ ਨਾਲ ਕਾਇਮ ਰਹੇਗੀ। ਮਹੰਤ ਕਿਰਪਾਲ ਦਾਸ, ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਜਾਓ, ਉਸ ਨੂੰ ਹੁਣੇ ਹੀ ਬੁਲਾ ਕੇ ਲੈ ਕੇ ਆਓ। ਹੁਕਮ ਸੁਣ ਕੇ ਇੱਕ ਸਿੱਖ ਗਿਆ ਤੇ ਮਹੰਤ ਕਿਰਪਾਲ ਦਾਸ ਨੂੰ ਲੈ ਆਇਆ। ਮਹੰਤ ਨੇ ਆਣ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਬੈਠ ਗਿਆ। ਮਹੰਤ ਕਿਰਪਾਲ ਦਾਸ ਦੀ ਸਰੀਰਕ ਅਵਸਥਾ ਇਸ ਤਰ੍ਹਾਂ ਦੀ ਸੀ, ਸਿਰ ਉੱਤੇ ਜਟਾਂ ਦਾ ਜੂਟ, ਸਰੀਰ ਉੱਤੇ ਭਮੂਤੀ ਮਲੀ ਹੋਈ, ਹੱਥਾਂ ਪੈਰਾਂ ਦੇ ਵੱਡੇ ਵੱਡੇ ਨੌ, ਲੱਕ ਕਪੀਨ ਕਸੀ ਹੋਈ, ਇੱਕ ਹੱਥ ਵਿੱਚ ਪਾਣੀ ਪੀਣ ਨੂੰ ਤੂੰਬਾ ਅਤੇ ਦੂਜੇ ਹੱਥ ਵਿੱਚ ਮੋਟਾ ਜਿਹਾ ਕੁੱਤਕਾ ਡੰਡਾ, ਮੋਟਾ ਜਿਹਾ ਡੰਡਾ ਫੜਿਆ। ਮੂੰਹ ਉੱਤੇ ਸੁੰਦਰ ਚਿੱਟੀ ਦਾੜੀ, ਮੋਟਾ ਸਰੀਰ ਅਤੇ ਭਾਰੀ ਗੋਗੜ, ਲੰਮੀ ਬਲਵਾਨ ਬਾਹਾਂ। ਮਹੰਤ ਕਿਰਪਾਲ ਦਾਸ ਦੀ ਮਾਨਸਿਕ ਅਵਸਥਾ ਦਾ ਇਸ ਤਰ੍ਹਾਂ ਵਰਣਨ ਹੈ। ਸਾਰੀਆਂ ਇੰਦਰੀਆਂ ਨੂੰ ਕਾਬੂ ਕੀਤਾ ਹੋਇਆ ਸੀ। ਤਪ ਤੇਜ ਨਾਲ ਚਿਹਰਾ ਚਮਕਦਾ ਸੀ। ਬ੍ਰਹਮਚਾਰਜ ਇਸ ਵਿੱਚ ਸ੍ਰੇਸ਼ਟ ਸੀ। ਨਾਮ ਰਸ ਵਿੱਚ ਰਤਿਆ ਹੋਇਆ ਸੀ ਕਿਰਪਾਲ ਦਾਸ। ਸਤਿਗੁਰੂ ਜੀ ਨੇ ਪੁੱਛਿਆ, ਦੱਸੋ ਮਹੰਤ ਜੀ, ਚੇਲੇ ਕਿੱਧਰ ਗਏ ਹਨ ਜਿਹੜੇ ਰੋਜ਼ ਤਿਹਾਬਲ ਕੜਾਹ ਪ੍ਰਸਾਦ ਖਾਂਦੇ ਸਨ? ਹੁਣ ਉਹ
ਕਾਰਜ ਪੈਣ ਤੇ ਲੋੜ ਪੈਣ ਤੇ ਇਸ ਤਰ੍ਹਾਂ ਤੁਹਾਨੂੰ ਕੱਲਿਆਂ ਛੱਡ ਕੇ ਇਉਂ ਚਲੇ ਗਏ। ਮਹੰਤ ਕਿਰਪਾਲ ਦਾਸ ਨੇ ਕਿਹਾ, ਸਤਿਗੁਰੂ ਜੀ ਤੁਸੀਂ ਅਕਾਲ ਮੂਰਤ ਅਗੰਮ ਅਗੋਚਰ ਰੂਪ ਹੋ, ਦਾਸਾਂ ਦੀਆਂ ਭੁੱਲਾਂ ਚੁੱਕਾਂ ਬਖਸ਼ਣ ਵਾਲੇ ਦਿਆਲੂ ਕਿਰਪਾਲੂ ਹੋ। ਅਸੀਂ ਤੁਸ ਬੁੱਧੀ ਦੇ ਜੀਵ ਕੁਝ ਕਰਨ ਜੋਗੇ ਨਹੀਂ ਹਾਂ। ਅਸੀਂ ਜੀਵ ਕੁਝ ਕਰਨ ਜੋਗੇ ਨਹੀਂ ਹਾਂ। ਮਹੰਤ ਕਿਰਪਾਲ ਚੰਦ ਦੇ ਇਹ ਬਚਨ, ਸਰਦਾ ਭਰਪੂਰ ਬਚਨ ਸੁਣ ਕੇ ਸਤਿਗੁਰੂ ਜੀ ਨੇ ਪੁੱਛਿਆ, ਮਹੰਤ ਜੀ ਤੁਸੀਂ ਸਰਵ ਸਮਰੱਥ ਹੋ, ਦੱਸੋ ਜੰਗ ਦੀ ਫਤਿਹ ਕਿਹਦੇ ਹੱਥ ਵਿੱਚ ਆਵੇਗੀ? ਰਣ ਖੇਤ ਨੂੰ ਛੱਡ ਕੇ ਕੌਣ ਭੱਜੇਗਾ? ਫਤਿਹ ਸ਼ਾਹ ਨੇ ਸਾਡੇ ਉੱਤੇ ਅਕਾਰਨ ਹੀ ਚੜ੍ਹਾਈ ਕੀਤੀ ਹੈ। ਕੋਈ ਕਾਰਨ ਨਹੀਂ ਹੈ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਐਵੇਂ ਹੀ ਫਤਿਹ ਸ਼ਾਹ ਨੇ ਸਾਡੇ ਤੇ ਚੜ੍ਹਾਈ ਕੀਤੀ ਹੈ। ਅਸਾਂ ਆਪਣੇ ਦਲ ਨੂੰ ਉਹਦੇ ਟਾਕਰੇ ਵਾਸਤੇ ਲੈ ਕੇ ਚੜਨਾ ਹੈ। ਮਹੰਤ ਨੇ ਉੱਤਰ ਵਿੱਚ ਦੱਸਿਆ ਕਿ ਸਤਿਗੁਰੂ ਜੀਓ ਤੁਸੀਂ ਅਨੇਕਾਂ ਮਨ ਭਾਉਂਦੇ ਖੇਲ ਰਚਾਉਂਦੇ ਹੋ। ਇਹ ਖੇਲ ਵੀ ਤੁਸਾਂ ਮਨੁੱਖੀ ਲੀਲਾ ਅਨੁਸਾਰ ਹੀ ਰਚੇ ਹਨ। ਪਹਿਲਾਂ ਤੁਸੀਂ ਵੱਡੇ ਸ਼ਤਰੂ ਮਦ ਕੈਰਬ ਨੂੰ ਬ੍ਰਹਮਾ ਦੀ ਸਹਾਇਤਾ ਵਾਸਤੇ ਮਾਰਿਆ। ਫਿਰ ਸਤਯੁਗ ਵਿੱਚ ਤੁਸਾਂ ਦਿੱਤੀ ਦੇ ਪੁੱਤਰ ਹਰਨਾਕਸ ਨੂੰ ਹਰਨਾਕਸ ਦੈਂਤ ਦਾ ਨਾਸ਼ ਕੀਤਾ। ਤ੍ਰੇਤੇ ਵਿੱਚ ਬਲੀ ਰਾਵਣ ਨਾਲ ਜੰਗ ਕਰਕੇ ਤੁਸਾਂ ਉਹਨਾਂ ਦਾ ਬੰਸ ਨਾਸ਼ ਕੀਤਾ। ਦੁਆਪਰ ਵਿੱਚ ਰਾਜਾ ਕੰਸ ਜਰਾਸੰਧ ਨੂੰ ਮਾਰਿਆ ਅਤੇ ਹੰਕਾਰੀ ਦੁਰਯੋਧਨ ਆਦਿ ਕੌਰਵਾਂ ਨੂੰ ਵੱਡੀ ਭਾਰੀ ਸੈਨਾ ਸਹਿਤ ਮਹਾਭਾਰਤ ਦਾ ਯੁੱਧ ਰਚ ਕੇ ਅਤੇ ਧਰਤੀ ਦਾ ਭਾਰ ਦੂਰ ਕੀਤਾ। ਹੁਣ ਤੁਸੀਂ ਉਹੀ ਸਰੀਰ ਕਲਯੁਗ ਵਿੱਚ ਧਾਰਨ ਕਰਕੇ ਦੋਟਾਂ ਦੇ ਦਲ ਦਾ ਬਲ ਨਾਸ਼ ਕਰਨਾ ਚਾਹੁੰਦੇ ਹੋ, ਜਿਨ੍ਹਾਂ ਤੋਂ ਬ੍ਰਹਮਾ ਆਦਿ ਵੀ ਵੱਡੇ ਵੱਡੇ ਡਰਦੇ ਸਨ। ਉਹਨਾਂ ਵੱਡੇ ਬਲੀਆਂ ਨੂੰ ਵੀ ਤੁਸਾਂ ਮਾਰਿਆ। ਇਹ ਵਿਚਾਰੇ ਕਲਯੁਗੀ ਮਨੁੱਖ ਜੀਵ ਤੁਹਾਡੇ ਅੱਗੇ ਕੀ ਚੀਜ਼ ਹਨ? ਇਹ ਗੱਲਾਂ ਮਹੰਤ ਕਿਰਪਾਲ ਦਾਸ ਨੇ ਗੁਰੂ ਜੀ ਨੂੰ ਕਿਹਾ। ਜਿੱਤ ਦੀ ਦੇਵੀ ਤੁਹਾਡੇ ਅੰਗ ਸੰਗ ਹੈ। ਜਿਸ ਤਰ੍ਹਾਂ ਸ਼ੇਰ ਦੀ ਗਰਜ ਅੱਗੇ ਹਰਨਾਂ ਦੀ ਡਾਰ ਠਹਿਰ ਨਹੀਂ ਸਕਦੀ, ਇਸੇ ਤਰ੍ਹਾਂ ਪਹਾੜੀਏ ਜੰਗ ਵਿੱਚ ਤੁਹਾਡੇ ਸਾਹਮਣੇ ਨਹੀਂ ਠਹਿਰ ਸਕਣਗੇ। ਤੁਹਾਨੂੰ ਵੇਖਦਿਆਂ ਹੀ ਸ਼ਰਮ ਲਾ ਕੇ ਭੱਜ ਜਾਣਗੇ। ਇੰਨੇ ਚਿਰ ਨੂੰ ਇੱਕ ਸਿੱਖ ਨੇ ਆਣ ਕੇ ਦੱਸਿਆ ਕਿ ਮਹਾਰਾਜ ਆਪਣੇ ਸੂਏ ਨੇ ਖਬਰ ਦਿੱਤੀ ਹੈ ਕਿ ਫਤਿਹ ਸ਼ਾਹ ਨਗਾਰਾ ਵਜਾਉਂਦਾ ਭੰਗਾਣੀ ਦੇ ਸਾਹਮਣੇ ਫੌਜ ਲੈ ਕੇ ਆ ਗਿਆ। ਇਹ ਖਬਰ ਸੁਣ ਕੇ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਤਿਆਰੀ ਵਾਸਤੇ ਰਣਜੀਤ ਨਗਾਰਾ ਵਜਾ ਦਿਓ ਅਤੇ ਸਭ ਸੂਰਮੇ ਤਿਆਰ ਬਰ ਤਿਆਰ ਹੋ ਜਾਵੋ। ਯੁੱਧ ਦਾ ਰਣ ਥੰਬਾ ਭੰਗਾਣੀ ਦੇ ਮੈਦਾਨ ਵਿੱਚ ਗੱਡ ਦਿੱਤਾ ਜਾਏ। ਇਸ ਥਾਂ ਯੁੱਧ ਵਾਸਤੇ ਯੋਗ ਹੈ। ਦੂਜੇ ਪਾਸੇ ਫਤਿਹ ਸ਼ਾਹ ਫੌਜ ਲੈ ਕੇ ਆ ਗਿਆ। ਇੱਧਰ ਤੁਸੀਂ ਅਗਲ ਬਾਂਡੀ ਹੋ ਕੇ ਸ਼ਤਰੂਆਂ ਨੂੰ ਘੇਰ ਕੇ ਘਮਸਾਣ ਦਾ ਯੁੱਧ ਮਚਾ ਦਿਓ। ਸਤਿਗੁਰੂ ਜੀ ਦਾ ਹੁਕਮ ਸੁਣ ਕੇ ਸੰਗੋ ਸਾਹ ਆਪਣੇ ਕੁਝ ਚੋਣਵੇਂ ਯੋਧਿਆਂ ਨੂੰ ਬੰਦੂਕਾਂ ਤੇ ਖੜਕਾ ਦੜਕਾ ਕਰਦੇ ਹੋਇਆਂ ਭੰਗਾਣੀ ਦੇ ਮੈਦਾਨ ਵਿੱਚ ਦੁਸ਼ਮਣਾ ਅੱਗਾ ਰੋਕ ਲਿਆ। ਅੱਗੇ ਹੋ ਕੇ ਇਹਨਾਂ ਦੁਸ਼ਮਣਾਂ ਨੂੰ ਰੋਕ ਲਿਆ ਹੈ। ਤਾਂ ਗੁਰਮੁਖ ਪਿਆਰਿਓ, ਅੱਗੇ ਹੋ ਕੇ ਜਦੋਂ ਇਹਨਾਂ ਨੂੰ ਰੋਕਿਆ ਤਾਂ ਅੱਗੇ ਪ੍ਰਸੰਗ ਆਉਂਦਾ ਜੰਗ ਦਾ ਬਿਗਲ ਵੱਜਣਾ।
ਇੱਕ ਜਥਾ ਯੋਧਿਆਂ ਦਾ ਅੱਗੇ ਭੇਜ ਕੇ ਸਤਿਗੁਰੂ ਜੀ ਨੇ ਕੁਝ ਯੋਧਿਆਂ ਨੂੰ ਪਿੱਛੇ ਕਿਲੇ ਦੀ ਰਾਖੀ ਬਾਤ ਤੇ ਨੀਅਤ ਕਰਕੇ ਅਰਦਾਸਾ ਸੁਧਿਆ ਤੇ ਇੱਕ ਵੱਡੀ ਤੇਜ਼ ਧਾਰ ਕਿਰਪਾਨ ਗਲੇ ਵਿੱਚ ਪੈਣ ਲਈ ਤੇ ਤੀਰਾਂ ਦਾ ਇੱਕ ਪੱਥਾ ਦੂਜੇ ਪਾਸੇ ਕਮਰ ਕੱਸਾ ਕਰ ਲਿਆ। ਇੱਕ ਵੱਡਾ ਸਖਤ ਧੁਨਖ ਹੱਥ ਵਿੱਚ ਫੜ ਕੇ ਆਪ ਜੀ ਆਪਣੇ ਬਲਵਾਨ ਸੁੰਦਰ ਘੋੜੇ ਉੱਤੇ ਸਵਾਰ ਹੋ ਗਏ ਤੇ ਸਾਰੀ ਸੈਨਾ ਨੂੰ ਨਾਲ ਲੈ ਕੇ ਨੰਗਾਰੇ ਉੱਤੇ ਦੋਹਰੀਆਂ ਚੋਟਾਂ ਮਾਰ ਕੇ ਮਾਰਾ ਬਕਾਰਾ ਦੇ ਨਾਰੇ ਲਾਉਂਦੇ ਹੋਏ ਜੰਗ ਸਥਾਨ ਨੂੰ ਬੜੇ ਚਾਅ ਉਤਸ਼ਾਹ ਨਾਲ ਚੱਲ ਪਏ। ਸਾਰੇ ਮਹਾਂਵੀਰ ਬੰਕੇ ਯੋਧਿਆਂ ਨੇ ਆਪਣੀ ਰੱਖਿਆ ਵਾਸਤੇ ਦੁਸ਼ਮਣ ਦਾ ਪ੍ਰਹਾਰ ਕਰਨ ਵਾਸਤੇ ਬੜੇ ਉਤਸ਼ਾਹ ਨਾਲ ਸਤਰ ਸਜਾ ਕੇ ਘੋੜਿਆਂ ਦੀ ਸਵਾਰੀ ਕਰ ਲਈ। ਸੈਨਾ ਦੇ ਘੋੜਿਆਂ ਦੀ ਤੋਰ ਨਾਲ ਇਹਨਾਂ ਦੀ ਧੂੜ ਉਡੀ ਕਿ ਸੂਰ ਦਾ ਚਾਨਣਾ ਦਿਸਣੋਂ ਵੀ ਹਟ ਗਿਆ। ਆਖੋ ਸਤਨਾਮ। ਜਦੋਂ ਸਿੰਘ ਸੂਰਮੇ ਜਾਂਦੇ ਘੋੜਿਆਂ ਤੇ ਤਾਂ ਗੁਰਮੁਖ ਪਿਆਰਿਓ ਸੂਰਜ ਦਾ ਜਿਹੜਾ ਚਾਨਣਾ ਸੀ ਉਹ ਵੀ ਮੱਧਮ ਪੈ ਗਿਆ। ਇੰਨੀ ਧੂੜ ਉੱਠੀ, ਧੂੜ ਦੇ ਨਾਲ ਗੁਰਮੁਖ ਪਿਆਰਿਓ ਸਾਰੇ ਹੀ ਕੁਝ ਦਿਖਣੋਂ ਹਟਿਆ ਔਰ ਸੂਰਜ ਦਾ ਚਾਨਣਾ ਦਿਸਣੋਂ ਵੀ ਹਟ ਗਿਆ। ਵਧਾ ਕੇ ਸੂਰਮੇ ਘੋੜਿਆਂ ਨੂੰ ਭਜਾਉਂਦੇ ਹਨ ਤੇ ਮਾਰਾਂ ਬਕਾਰਾਂ ਮਾਰ ਲਓ ਪੁਕਾਰਦੇ ਜਾਂਦੇ ਭੰਗਾਣੀ ਪਹੁੰਚ ਗਏ। ਅੱਗੋਂ ਦਿਆ ਰਾਮ ਨੇ ਗੁਰੂ ਜੀ ਨੂੰ ਮਿਲ ਕੇ ਆਖਿਆ, ਗੁਰੂ ਜੀ ਵੇਖੋ ਦੁਸ਼ਮਣਾਂ ਦੀ ਸੈਨਾ ਕਤਾਰ ਬਣ ਕੇ ਖੜੀ ਹੈ। ਪਠਾਨ ਜਿਹੜੇ ਨਮਕ ਹਰਾਮੀ ਹੋ ਕੇ ਪਹਾੜੀ ਰਾਜਿਆਂ ਦੇ ਨਾਲ ਜਾ ਮਿਲੇ, ਉਹ ਸੱਜੇ ਹੱਥ ਵਿੱਚ ਘੇਰਾ ਬਣ ਕੇ ਖੜੇ ਹਨ। ਸਭ ਤੋਂ ਪਿੱਛੇ ਫਤਿਹ ਸਾਹ ਖੜਿਆ ਹੈ, ਅੱਗੇ ਆਉਣ ਤੋਂ ਡਰ ਰਿਹਾ ਹੈ। ਰਾਜਾ ਹਰੀ ਚੰਦ ਹੰਡੂਰੀਆ ਬਾਣ ਵਿਦਿਆ ਵਿੱਚ ਨਿਪੁੰਨ ਹੈ, ਕ੍ਰੋਧ ਨਾਲ ਅੱਗੇ ਹੋ ਕੇ ਖੜਾ ਹੈ। ਇਹ ਬੜਾ ਯੋਧਾ ਹੈ, ਇਹਦੀ ਸਾਰੇ ਸੂਰਮੇ ਸ਼ਲਾਘਾ ਕਰਦੇ ਨੇ। ਸਤਿਗੁਰੂ ਜੀ ਨੇ ਦਿਆ ਰਾਮ ਦੀ ਗੱਲ ਸੁਣ ਕੇ ਦੁਸ਼ਮਣ ਦੀ ਫੌਜ ਨੂੰ ਨਜ਼ਰ ਮਾਰ ਕੇ ਵੇਖਿਆ। ਇੰਨੀ ਗੱਲ ਹੁੰਦੀ ਹੀ ਸੀ ਕਿ ਵੱਡਾ ਫੌਜੀ ਟੋਲਾ ਆਇਆ, ਜਿਸ ਨੇ ਬੰਦੂਕਾਂ ਚਲਾ ਕੇ ਰੌਲਾ ਪਾ ਦਿੱਤਾ। ਨੰਦ ਚੰਦ ਨੇ ਕਿਹਾ, ਵੇਖੋ ਮਹਾਰਾਜ ਜੀ, ਇਹ ਕੌਣ ਹੈ ਜਿਸ ਨੇ ਪਹਾੜੀ ਰਾਜਿਆਂ ਦੀ ਸੈਨਾ ਨੂੰ ਮਾਰ ਕੇ ਜ਼ਖਮੀ ਕਰ ਦਿੱਤਾ? ਇਹ ਕੌਣ ਹੈ? ਇੰਨੇ ਚਿਰ ਨੂੰ ਅੱਗੋਂ ਇੱਕ ਸਿਪਾਹੀ ਆਇਆ, ਜਿਸ ਨੇ ਗੁਰੂ ਜੀ ਨੂੰ ਆ ਕੇ ਨਮਸਕਾਰ ਕੀਤੀ। ਨਮਸਕਾਰ ਕਰਕੇ ਦੱਸਿਆ ਕਿ ਪੀਰ ਬੁੱਧੂ ਸਾਹਿਬ ਆਪਣੇ 700 ਸਿਪਾਹੀ ਨਾਲ ਲੈ ਕੇ ਹਾਜ਼ਰ ਹੋਇਆ ਤੇ 4 ਪੁੱਤਰ ਲੈ ਕੇ ਹਾਜ਼ਰ ਹੋਇਆ। ਦੁਸ਼ਮਣ ਨਾਲ ਜੰਗ ਕਰ ਰਿਹਾ ਹੈ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਆਪਣੇ ਯੋਧੇ ਨੂੰ ਆਖਿਆ, ਤੁਸੀਂ ਵੀ ਇੱਕ ਸਾਰ ਇਕੱਠੇ ਹੀ ਜ਼ੋਰਦਾਰ ਹੱਲਾ ਬੋਲ ਕੇ ਦੁਸ਼ਮਣ ਉੱਤੇ ਭਾਰੀ ਪੈ ਜਾਓ। ਹੁਕਮ ਸੁਣਦਿਆਂ ਹੀ ਸੰਗੋ ਸਾਹ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹੱਲਾ ਬੋਲ ਕੇ ਬੈਰੀਆਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ। ਤਾਂ ਗੁਰਮੁਖ ਪਿਆਰਿਓ, ਇਸ ਤਰ੍ਹਾਂ ਫਤਿਹ ਸਾਹ ਨੇ ਰਾਜਾ ਹਰੀ ਚੰਦ ਨੂੰ ਕਿਹਾ ਕਿ ਉਹਨਾਂ 500 ਪਠਾਣਾਂ ਨੂੰ ਆਖੋ ਕਿ ਅੱਗੇ ਹੋ ਕੇ ਆਪਣਾ ਹੱਥ ਵਿਖਾਉਣ। ਜਿਹੜੇ 500 ਪਠਾਨ ਗੁਰੂ ਨੂੰ ਛੱਡ ਕੇ ਆਏ ਸੀ,
ਕਹਿੰਦਾ ਉਹਨਾਂ ਨੂੰ ਕਹੋ ਤੇ ਅੱਗੇ ਹੋ ਕੇ ਆਪਣਾ ਹੱਥ ਵਿਖਾਉਣ। ਹਰੀ ਚੰਦ ਨੇ ਕਿਹਾ, ਐ ਪਠਾਣੋ, ਤੁਹਾਨੂੰ ਗੁਰੂ ਜੀ ਦੇ ਸਾਰੇ ਭੇਦ ਦਾ ਪਤਾ ਹੈ, ਅੱਗੇ ਹੋ ਕੇ ਚੰਗੀ ਤਰ੍ਹਾਂ ਸ਼ਸਤਰ ਚਲਾਓ। ਤੁਸਾਂ ਕਿਹਾ ਸੀ ਕਿ ਲੁੱਟ ਮਾਰ ਕਰ ਦਿਓ, ਅਸੀਂ ਇਕੱਲੇ ਹੀ ਗੁਰੂ ਜੀ ਨਾਲ ਟਾਕਰਾ ਕਰਾਂਗੇ। ਹੁਣ ਤੁਸੀਂ ਅੱਗੇ ਹੋ ਕੇ ਗੁਰੂ ਨਾਲ ਲੜਦੇ ਕਿਉਂ ਨਹੀਂ? ਫਤਿਹ ਸ਼ਾਹ ਨੇ ਭੀਖਨ ਸ਼ਾਹ ਨੂੰ ਕਿਹਾ, ਹੁਣ ਦੇਰ ਕਿਉਂ ਕੀਤੀ ਹੈ? ਲੁਕ ਕੇ ਖੜੇ ਹੋ, ਤੁਹਾਨੂੰ ਲੁੱਟ ਮਾਫ ਹੈ। ਅੱਗੇ ਹੋ ਕੇ ਘਮਸਾਨੀ ਜੰਗ ਕਰੋ। ਫਤਿਹ ਸ਼ਾਹ ਪਾਸੋਂ ਇਹ ਸੁਣ ਕੇ ਭੀਖਨ ਖਾਂ ਆਪਣੇ ਸਾਥੀ ਲੈ ਕੇ ਅੱਗੇ ਵਧਿਆ ਤੇ ਕਿਹਾ, ਹੱਲਾ ਕਰਕੇ ਇੱਕ ਵਾਰ ਜ਼ੋਰ ਪਾ ਕੇ ਦੁਸ਼ਮਣ ਨੂੰ ਪਿੱਛੇ ਭਜਾ ਦਿਓ ਅਤੇ ਪੌਂਟਾ ਸਾਹਿਬ ਜਾ ਕੇ ਲੁੱਟ ਲਵੋ। ਪਠਾਣਾ ਦਾ ਇਹ ਹੱਲਾ ਦੇਖ ਕੇ ਦਇਆ ਰਾਮ ਨੰਦ ਚੰਦ ਆਪਣੇ ਯੋਧਿਆਂ ਨੂੰ ਲੈ ਕੇ ਅੱਗੇ ਹੋਏ। ਆਮੋ ਸਾਹਮਣੇ ਹੋ ਕੇ ਦੋਹਾਂ ਪਾਸਿਆਂ ਤੋਂ ਸ਼ਸਤਰ ਚਲਾਉਣੇ ਆਰੰਭ ਹੋ ਗਏ ਅਤੇ ਸੂਰਮੇ ਫੱਟੜ ਹੋ ਕੇ ਡਿੱਗਣ ਲੱਗੇ। ਉੱਥੇ ਗੁਰੂ ਜੀ ਪਾਸ ਉਸ ਵੇਲੇ ਇੱਕ ਲਾਲ ਚੰਦ ਮੱਝਾਂ ਦਾ ਚਾਰੂ ਸੀ। ਉਸਨੇ ਬੇਨਤੀ ਕੀਤੀ, ਗੁਰੂ ਜੀ ਮੈਨੂੰ ਆਗਿਆ ਦਿਓ, ਮੈਂ ਵੀ ਸੰਗੋ ਸਾਹ ਹੋਰਾਂ ਨਾਲ ਹੋ ਕੇ ਪਠਾਣਾ ਨੂੰ ਮਾਰਾਂਗਾ। ਗੁਰੂ ਜੀ ਨੇ ਹੱਸ ਕੇ ਕਿਹਾ, ਤੂੰ ਵੀ ਦੌੜ ਜਾ ਤੇ ਆਪਣੇ ਤਿੱਖੇ ਤੀਰ ਚਲਾ ਕੇ ਪਠਾਣਾ ਨੂੰ ਮਾਰ ਮੁਕਾਓ। ਲਾਲ ਚੰਦ ਨੇ ਕ੍ਰੋਧ ਨਾਲ ਲਾਲ ਹੋ ਕੇ ਆਪਣੇ ਘੋੜੇ ਨੂੰ ਅੱਗੇ ਕਰਕੇ ਪਠਾਣਾ ਨੂੰ ਮਾਰ ਕੇ ਆਹੂ ਲਾ ਦਿੱਤੀ। ਸੰਗੋ ਸਾਹ ਤੇ ਮਹਾਰੀ ਚੰਦ ਨੇ ਵੀ ਪਠਾਣਾ ਉੱਤੇ ਤੀਰਾਂ ਦੀ ਬਹੁਤ ਵਰਖਾ ਕੀਤੀ। ਜਦ ਸੰਗੋ ਸਾਹ ਨੇ ਵੇਖਿਆ ਕਿ ਮਹਾਰੀ ਚੰਦ ਪਠਾਣਾ ਦੇ ਘੇਰੇ ਵਿੱਚ ਆ ਗਿਆ ਤਾਂ ਉਸਨੇ ਇੱਕ ਸਾਰ ਪਠਾਣਾ ਉੱਤੇ ਹੱਲਾ ਬੋਲ ਕੇ ਕਈਆਂ ਨੂੰ ਜ਼ਖਮੀ ਕਰਕੇ ਆਪਣੇ ਭਾਈ ਮਹਾਰਾ ਚੰਦ ਨੂੰ ਉਹਨਾਂ ਦੇ ਘੇਰੇ ਵਿੱਚੋਂ ਕੱਢ ਲਿਆਂਦਾ। ਸਾਰੇ ਬੈਰੀ ਹੈਰਾਨ ਰਹਿ ਗਏ ਕਿ ਮਹਾਰੀ ਚੰਦ ਇੱਕ ਦੋ ਪਠਾਣਾ ਨੂੰ ਮਾਰ ਕੇ ਆਪ ਸਹੀ ਸਲਾਮਤ ਨਿਕਲ ਗਿਆ। ਅੱਗੇ ਇਤਿਹਾਸ ਆਵੇਗਾ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਦੀ ਸ਼ਹੀਦੀ। ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਦੀ ਸ਼ਹੀਦੀ ਇਤਿਹਾਸ ਕਰਿਓ ਕੱਲ ਨੂੰ ਸਰਵਣ। ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਗੁਰ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਇੱਕ ਨਹੀਂ ਨਿੱਕਾ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਿੱਤੇ ਮੇਰਾ ਪ੍ਰਯਤ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਹੁਣ ਆਪਾਂ ਸ਼ਲੋਕ ਦੇ ਵਿੱਚ ਬੋਲ ਕੇ ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦ ਦੇ ਅੱਗੇ ਲੈ ਕੇ ਫਿਰ ਆਪੋ ਆਪਣੇ ਕਾਰੋਬਾਰ ਕਰਨੇ ਨੇ ਜੀ। ਲੋਕ ਸੁਖੀ